ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਬੜੇ ਅਹਿਮ ਮੁੱਦੇ ਤੇ। ਔਰ ਇਸ ਜੋ ਸਟੇਟਮੈਂਟ ਦਿੱਤੀ ਹੈ ਸੰਦੀਪ ਦਾਇਮਾ, ਜੋ ਕਿ ਇੱਕ ਚੋਣ ਰੈਲੀ ਵਿੱਚ ਭਾਸ਼ਣ ਦੇ ਰਹੇ ਸੀ। ਤੋ ਤਿਜ਼ਾਰਾ ਕੌਂਸਟੀਚੁਐਂਸੀ ਹੈ ਅਲਵਰ ਦੇ ਨੇੜੇ ਰਾਜਸਥਾਨ 'ਚ। ਉਹਨਾਂ ਨੇ ਕਿਹਾ ਹੈ ਕਿ ਇਹ ਜੋ ਮਸਜਿਦਾਂ ਹਨ ਅਤੇ ਗੁਰਦੁਆਰੇ ਹਨ ਇਹ ਨਾਸੂਰ ਹਨ, ਇਹਨਾਂ ਨੂੰ ਗਿਰਾ ਦੇਣਾ ਚਾਹੀਦਾ। ਅਜਿਹੀ ਸਟੇਟਮੈਂਟ ਕਿਉਂ ਦਿੱਤੀ ਗਈ, ਉਸ ਦਾ ਜ਼ਿੰਮੇਵਾਰ ਕੌਣ ਹੈ? ਮੈਂ ਇਸ ਵਿੱਚ ਇੰਨਾ ਦੋਸ਼ੀ ਨਹੀਂ ਠਹਿਰਾਉਂਦਾ ਜਿਸ ਨੇ ਸਟੇਟਮੈਂਟ ਦਿੱਤੀ ਹੈ। ਦੋਸ਼ੀ ਤਾਂ ਉਹ ਹਨ ਜਿਨ੍ਹਾਂ ਨੇ ਇਸ ਦੇਸ਼ ਵਿੱਚ ਇੱਕ ਨਫ਼ਰਤ ਦਾ ਮਾਹੌਲ ਸਥਾਪਿਤ ਕੀਤਾ। ਔਰ ਉਹ ਨਫ਼ਰਤ ਦਾ ਮਾਹੌਲ 2014 ਤੋਂ ਸ਼ੁਰੂ ਹੋਇਆ ਤੋ ਉਹ ਹਲੇ ਤੱਕ ਜਾਰੀ ਹੈ। ਔਰ ਜਿਹੜੀ ਇਹ ਨਫ਼ਰਤ ਫੈਲਾਈ ਜਾ ਰਹੀ ਹੈ ਇਹ ਸਾਰੀ ਮਾਈਨੋਰਿਟੀਜ਼ ਦੇ ਵਿਰੁੱਧ ਫੈਲਾਈ ਜਾ ਰਹੀ ਹੈ, ਜਿਵੇਂ ਕਿ ਮੁਸਲਮਾਨਾਂ ਦੇ ਵਿਰੁੱਧ, ਜਿਵੇਂ ਮਨੀਪੁਰ 'ਚ ਤੁਸੀਂ ਦੇਖਿਆ ਕ੍ਰਿਸਚੀਅਨ ਦੇ ਵਿਰੁੱਧ। ਔਰ ਇਸ ਨਫ਼ਰਤ ਦੇ ਮਾਹੌਲ ਵਿੱਚ ਸੰਦੀਪ ਦਾਇਮਾ ਨੇ ਵੀ ਜੁਰਤ ਕੀਤੀ ਕਿ ਉਹ ਜਦੋਂ ਮੁਸਲਮਾਨਾਂ ਦੀਆਂ ਮਸਜਿਦਾਂ 'ਤੇ ਹਮਲਾ ਕਰਨਾ ਚਾਹੁੰਦਾ ਸੀ ਉਸਨੇ ਨਾਲ ਸਿੱਖਾਂ ਦੇ ਗੁਰਦੁਆਰਿਆਂ 'ਤੇ ਵੀ ਕਰ ਦਿੱਤਾ। ਚਾਹੇ ਉਸਨੇ ਮਾफ़ੀ ਮੰਗ ਲਈ ਹੈ, ਪਰ ਉਸਨੇ ਮਾफ़ੀ ਸਿਰਫ ਸਿੱਖ ਕੌਮ ਤੋਂ ਮੰਗੀ ਹੈ ਕਿ ਮੇਰੇ ਕੋਲ ਸਲਿਪ ਆਫ ਟੰਗ ਯਾਨੀ ਮੇਰੇ ਮੂੰਹ 'ਚੋਂ ਨਿਕਲ ਗਿਆ। ਮੈਂ ਮਸਜਿਦ ਅਤੇ ਮਦਰਸੇ ਕਹਿਣਾ ਚਾਹੁੰਦਾ ਸੀ ਪਰ ਮੇਰੇ ਤੋਂ ਕਹਿ ਹੋ ਗਿਆ ਗੁਰਦੁਆਰੇ। ਤੁਸੀਂ ਸੋਚ ਸਕਦੇ ਹੋ ਕਿ ਮਦਰਸੇ ਅਤੇ ਗੁਰਦੁਆਰੇ ਵਿੱਚ ਕਿਤਨਾ ਅੰਤਰ ਹੈ, ਉਸ ਨੂੰ ਸਮਝ ਨਹੀਂ ਸੀ। ਉਸਨੇ ਜੋ ਇਹ ਸਟੇਟਮੈਂਟ ਦਿੱਤੀ ਇਹ ਬੜੀ ਸੋਚ ਸਮਝ ਕੇ ਗਿਣੀ ਮਿਥੀ ਚਾਲ ਵਿੱਚ ਔਰ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ ਉਸ ਦੇ ਅਧੀਨ ਦਿੱਤੀ। ਸਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ। ਔਰ ਇਸ ਵਿੱਚ ਜੇਕਰ ਉਸਨੇ ਮਾफ़ੀ ਵੀ ਮੰਗ ਲਈ ਹੈ ਤਾਂ ਇਸ ਮਾफ़ੀ ਦਾ ਕੋਈ ਬਹੁਤਾ ਮਤਲਬ ਨਹੀਂ ਨਿਕਲਦਾ, ਕਿਉਂਕਿ ਇਹ ਜ਼ਿੰਮੇਵਾਰੀ ਜਿਹੜੀ ਹੈ ਇਸ ਤਰ੍ਹਾਂ ਦੀ ਫਿਰਕਾ ਪ੍ਰਸਤ ਅਤੇ ਕਿਸੇ ਮਾਈਨੋਰਿਟੀ ਕਮਿਊਨਿਟੀ ਦੇ ਧਾਰਮਿਕ ਸੰਸਥਾਵਾਂ ਬਾਰੇ ਅਜਿਹੀ ਗੱਲ ਕਹਿਣੀ ਵੋਟਾਂ ਲੈਣ ਲਈ, ਇਸ ਦਾ ਨੋਟਿਸ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ ਲੈਣਾ ਚਾਹੀਦਾ ਔਰ ਉਹਦੇ 'ਤੇ FIR ਦਰਜ ਹੋਣੀ ਚਾਹੀਦੀ। ਔਰ ਉਸ 'ਤੇ FIR ਦਰਜ ਹੋਣ ਤੋਂ ਬਾਅਦ ਉਹਦੀ ਅਰੈਸਟ ਵੀ ਹੋਣੀ ਚਾਹੀਦੀ। ਇਹ ਸਟੇਟਮੈਂਟ ਉਸਨੇ ਵੀਰਵਾਰ ਜੋ ਤਿਜ਼ਾਰਾ ਕੌਂਸਟੀਚੁਐਂਸੀ ਵਿੱਚ ਹੋ ਰਹੀ ਇਲੈਕਸ਼ਨ ਰੈਲੀ ਵਿੱਚ ਦਿੱਤੀ, ਜਿੱਥੇ ਕਿ ਯੋਗੀ ਆਦਿੱਤਿਆਨਾਥ ਜੀ UP ਦੇ ਚੀਫ ਮਿਨਿਸਟਰ ਵੀ ਇਸ ਕੌਂਸਟੀਚੁਐਂਸੀ ਦੇ ਕੈਂਡੀਡੇਟ ਬਾਬਾ ਬਾਲਕ ਨਾਥ ਹੈਗੇ, ਉਹ ਵੀ ਸਟੇਜ 'ਤੇ ਸੀਗੇ। ਹੁਣ ਸਵਾਲ ਇਹ ਹੈ ਕਿ ਇਹ ਵੀਰਵਾਰ ਦੀ ਇਹ ਘਟਨਾ ਔਰ ਅੱਜ ਐਤਵਾਰ ਹੋ ਗਿਆ, ਹਲੇ ਤੱਕ ਉਸ ਵਿਅਕਤੀ ਉੱਪਰ ਸੰਦੀਪ ਦਾਇਮਾ ਉੱਪਰ ਕੋਈ ਕੇਸ ਨਹੀਂ ਰਜਿਸਟਰ ਹੋਇਆ, ਉਹਦੀ ਅਰੈਸਟ ਨਹੀਂ ਹੋਈ। ਸੋ ਇਹ ਜੋ ਇੱਦਾਂ ਦੀਆਂ ਸਟੇਟਮੈਂਟ ਦੇਣ ਦੀਆਂ, ਇੱਦਾਂ ਦੀ ਇਬਾਰਤ ਬੰਨ੍ਹਣ ਦੀਆਂ ਜੋ ਜੁਰਤ ਪੈਦਾ ਹੁੰਦੀ ਹੈ ਉਹ ਇਸ ਲਈ ਹੋ ਰਹੀ ਹੈ ਕਿ ਪਿਛਲੇ ਕਈ ਵਰ੍ਹਿਆਂ ਤੋਂ ਯਾਨੀ 8-9 ਵਰ੍ਹਿਆਂ ਤੋਂ ਦੇਸ਼ ਵਿੱਚ ਇੱਕ ਮਾਹੌਲ ਸਿਰਜਿਆ BJP ਪਾਰਟੀ ਨੇ ਅਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿੱਚ ਸਰਕਾਰ, ਜਿਹਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਹੋਮ ਮਿਨਿਸਟਰ ਗ੍ਰਹਿ ਮੰਤਰੀ ਯਾਨੀ ਕਿ ਅਮਿਤ ਸ਼ਾਹ ਹਨ। ਇਹ ਜੋ ਮਾਹੌਲ ਸਿਰਜਿਆ ਗਿਆ ਹੈ ਇਸ ਸੰਦਰਭ ਨੂੰ ਸਾਨੂੰ ਸਮਝਣਾ ਚਾਹੀਦਾ ਹੈ ਕਿ ਜਿਸ ਵਿੱਚ ਹਰ ਕੋਈ ਜੁਰਤ ਕਰਦਾ ਕਿ ਅਜਿਹੀ ਗੱਲ ਕਰੋ ਕਿ ਤੁਹਾਡੀ ਪਾਰਟੀ ਵਿੱਚ ਤਰੱਕੀ ਹੋ ਜਾਏਗੀ। ਜਿਵੇਂ ਰਮੇਸ਼ ਬਦੂਰੀ ਨੇ ਪਾਰਲੀਮੈਂਟ ਵਿੱਚ ਮੁਸਲਮਾਨਾਂ ਬਾਰੇ ਜੋ ਅਲਫਾਜ਼ ਵਰਤੇ ਹਨ, ਮੁਲਿਆ ਅਤੇ ਹੋਰ ਜੋ ਗੱਲਾਂ ਕਹੀਆਂ ਹਨ, ਇਹ ਕੋਈ ਸੱਭਿਆ ਪਾਰਲੀਮੈਂਟੇਰੀਅਨ ਦੇ ਵਿਚਾਰਾਂ ਦੀ ਨਹੀਂ। ਪਰ ਉਸ ਉੱਪਰ ਜੋ ਦੇਸ਼ ਦੇ ਪਾਰਲੀਮੈਂਟ ਦੇ ਸਪੀਕਰ ਹਨ ਬਿਰਲਾ ਜੀ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਉਹਨੂੰ ਕੋਈ ਨੋਟਿਸ ਨਹੀਂ ਮਿਲਿਆ, ਉਹਨੂੰ ਪ੍ਰਿਵਿਲੇਜ ਕਮੇਟੀ ਅੱਗੇ ਪੇਸ਼ ਹੋਣ ਨੂੰ ਕਿਸੇ ਨੇ ਨਹੀਂ ਕਿਹਾ, ਬਲਕਿ ਉਸ ਦੀ ਪਾਰਟੀ ਵਿੱਚ ਤਰੱਕੀ ਕਰਕੇ ਉਸ ਨੂੰ ਰਾਜਸਥਾਨ ਦੇ ਕੁਝ ਹਿੱਸੇ ਦਾ ਇਲੈਕਸ਼ਨ ਇੰਚਾਰਜ ਲਾ ਦਿੱਤਾ। ਤੋ ਸਾਨੂੰ ਇਹ ਸਮਝਣਾ ਚਾਹੀਦਾ ਕਿ ਇਹ ਜੋ ਮਾਹੌਲ ਸਿਰਜਿਆ ਗਿਆ
ਇਸ ਮਾਹੌਲ ਸਿਰਜਣ ਪਿੱਛੇ ਬੀਜੇਪੀ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਕ ਮਨੋਰਥ ਹੈ, ਤੇ ਉਹ ਹੈ ਜੋ ਹਿੰਦੂ ਵੋਟ ਬੈਂਕ ਹੈ, ਯਾਨੀ ਕਿ ਹਿੰਦੂ ਭਗਤ, ਯਾਨੀ ਉਹਨਾਂ ਦੀ ਵੱਡੀ ਗਿਣਤੀ ਜੋ ਹੈ ਉਹ ਫੈਨ ਬਣੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ। ਔਰ ਇਹ ਜੋ ਆਪਾਂ ਕਹੀਏ ਕਿ ਇਹ ਹਿੰਦੂਤਾ ਸੈਨਾ ਹੈ ਜਾਂ ਇਹ ਬੀਜੇਪੀ ਦੇ ਪ੍ਰਾਈਮ ਮਿਨਿਸਟਰ ਦੇ ਫਾਲੋਅਰ ਹਨ ਜਾਂ ਫੈਨ ਹਨ, ਇਹ ਉਹਨਾਂ ਕਰਕੇ ਅਜਿਹਾ ਮਾਹੌਲ ਹੋਇਆ। ਮੈਂ ਤੁਹਾਨੂੰ ਕਈ ਐਗਜ਼ੈਂਪਲਾਂ ਦੇ ਸਕਦਾ ਜਿਹਦੇ 'ਚ ਕਿ ਸਿੱਖਾਂ ਬਾਰੇ ਤੇ ਹੁਣ ਬੜੀ ਗਲਤ ਗੱਲ ਕਹੀ ਗਈ ਹੈ, ਜਿਸ ਤੇ ਖੰਡਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕੀਤਾ, ਪਰ ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਈ ਸਟੇਟਮੈਂਟ ਨਹੀਂ ਆਈ। ਉਹਨਾਂ ਨੇ ਅਜਿਹਾ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਇਸ ਉੱਪਰ ਇਲੈਕਸ਼ਨ ਕਮਿਸ਼ਨ ਐਕਸ਼ਨ ਕਰੇ ਜਾਂ ਇਹਦਾ ਨੋਟਿਸ ਲਏ, ਇਹਦੇ 'ਤੇ ਕ੍ਰਿਮੀਨਲ ਕੇਸ ਰਜਿਸਟਰ ਹੋਏ। ਇਹ ਮਾਹੌਲ ਕਿਵੇਂ ਸਿਰਜਿਆ ਗਿਆ? ਤੁਸੀਂ ਜਾਣਦੇ ਹੋ ਕਿ ਜੰਮੂ ਕਸ਼ਮੀਰ ਵਿੱਚ ਇੱਕ ਕਬਾਇਲੀ ਕੁੜੀ ਤੇ ਜਿਨ੍ਹਾਂ ਦਾ ਕੰਮ ਮੱਝਾਂ ਦਾ, ਗਾਵਾਂ ਦਾ, ਜਾਨਵਰਾਂ ਦਾ ਦੁੱਧ ਵੇਚਣ ਦਾ ਸੀਗਾ, ਜੰਮੂ ਦੇ ਇਲਾਕੇ ਵਿੱਚ ਉਸ ਦਾ ਰੇਪ ਕਰ ਦਿੱਤਾ ਬੀਜੇਪੀ ਦੇ ਕੁਝ ਲੀਡਰਾਂ ਨੇ ਰਲ ਕੇ, ਸਮਰਥਕਾਂ ਨੇ ਰਲ ਕੇ। ਸਮੂਹਕ ਬਲਾਤਕਾਰ ਹੋਇਆ, ਛੋਟੀ ਜਿਹੀ ਉਮਰ ਦੀ ਬੱਚੀ ਸੀਗੀ, ਔਰ ਉਸ ਦਾ ਅਸੀਂ ਨਾਂ ਨਹੀਂ ਦੱਸ ਸਕਦੇ ਕਿਉਂਕਿ ਇਹ ਇਸ ਤਰ੍ਹਾਂ ਜੋ ਕੁੜੀਆਂ ਦੇ, ਇਸਤਰੀਆਂ ਦੇ ਨਾਂ ਲੈਣੇ ਮਨਾਹੀ ਵੀ ਹੈ ਤੇ ਠੀਕ ਵੀ ਨਹੀਂ ਹੈ। ਉਹਦੇ ਸਮਰਥਨ ਵਿੱਚ ਵੀ ਬੀਜੇਪੀ ਦੇ ਲੀਡਰਾਂ ਨੇ, ਉਹਨਾਂ ਵਿੱਚ ਇੱਕ ਮੰਤਰੀ ਵੀ ਸੀ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਕਿ ਉਹਨਾਂ 'ਤੇ ਕੇਸ ਨਾ ਰਜਿਸਟਰ ਕੀਤਾ ਜਾਏ। ਪੁਲਿਸ ਨੇ ਉਹਨਾਂ ਦੀ ਜੋ ਅਰੈਸਟ ਕੀਤੀ ਹੈ ਉਹਦੇ ਵਿਰੁੱਧ। ਇਹ ਕੋਈ ਪਹਿਲੀ ਮਿਸਾਲ ਨਹੀਂ। ਫਿਰ ਜਿਵੇਂ ਤੁਹਾਨੂੰ ਪਤਾ ਹੈ ਗੁਜਰਾਤ ਵਿੱਚ ਬਿਲਕਿਸ ਬਾਨੋ ਦਾ ਸਮੂਹਕ ਬਲਾਕ ਹੋਇਆ ਗੁਜਰਾਤ ਵਿੱਚ, ਔਰ ਉਸ ਦੀ ਛੋਟੀ ਜਿਹੀ ਬੱਚੀ ਨੂੰ ਪਟਕਾ ਕੇ ਬੀਜੇਪੀ ਦੇ ਮੈਂਬਰਾਂ ਨੇ ਮਾਰ ਦਿੱਤਾ। ਉਸ ਨੂੰ ਬਸਤਰਹੀਨ ਕਰਕੇ ਉਹ ਛੱਡ ਕੇ ਚਲੇ ਗਏ ਅਤੇ ਉਸ ਤੋਂ ਬਾਅਦ ਉਸ ਨੂੰ ਪ੍ਰੈਗਨੈਂਟ ਸੀ, ਉਹਦੇ ਪੇਟ 'ਚ ਵੀ ਬੱਚਾ ਸੀਗਾ, ਉਹਦੇ 5-6 ਰਿਸ਼ਤੇਦਾਰਾਂ ਦਾ ਵੀ ਕਤਲੇਆਮ ਹੋ ਗਿਆ। ਸੋ ਉਸ ਉੱਪਰ ਜਿਹੜੇ ਕੈਦੀ ਸੀ ਉਹਨਾਂ ਨੂੰ ਜਦੋਂ ਸਜ਼ਾ 'ਚੋਂ ਜੇਲ੍ਹ 'ਚ ਸੀਗੇ, ਉਹਨਾਂ ਦੀ ਸਜ਼ਾ ਕਮਿਊਟ ਕਰਕੇ ਤੇ ਉਹਨਾਂ ਨੂੰ ਜਲਦੀ ਰਿਹਾ ਕੀਤਾ ਗਿਆ। ਉਹਨਾਂ ਦੇ ਗਲੇ 'ਚ ਜਦੋਂ ਉਹ ਜੇਲ੍ਹ ਤੋਂ ਬਾਹਰ ਆਏ, ਉਹਨਾਂ ਦੇ ਗਲੇ 'ਚ ਹਾਰ ਪਾਏ ਗਏ, ਮਠਿਆਈਆਂ ਵੰਡੀਆਂ ਗਈਆਂ। ਪਰ ਇਹ ਕੇਸ ਦੇ ਵਿਰੁੱਧ ਹੁਣ ਅਪੀਲ ਹੋਈ ਹੈ। ਇਹ ਕੇਸ ਹੁਣ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਕਿ ਵੀ ਇਹਨਾਂ ਨੂੰ ਇਸ ਤਰ੍ਹਾਂ ਰਿਲੀਫ ਦੇਣਾ ਜਾਇਜ਼ ਸੀ ਜਾਂ ਨਹੀਂ ਸੀ। ਸੋ ਹੁਣ ਗੱਲ ਆ ਗਈ ਕਿ ਸਿੱਖਾਂ ਦੇ ਗੁਰਦੁਆਰਿਆਂ ਦੀ। ਤੁਹਾਨੂੰ ਪਤਾ ਹੈ ਕਿ ਮਸਜਿਦਾਂ ਦੀ ਪਹਿਲੇ ਬਰਬਾਦੀ ਦੀ ਕਹਾਣੀ ਚੱਲ ਰਹੀ ਹੈ। ਕ੍ਰਿਸਚੀਅਨ ਦੇ ਚਰਚ ਜਿਹੜੇ ਗਿਰਾਏ ਗਏ ਮਨੀਪੁਰ 'ਚ 124 ਦੇ ਕਰੀਬ, ਕੁਝ ਹਿੰਦੂਆਂ ਦੇ ਮੰਦਰ ਵੀ ਗਿਰਾਏ ਨੇ, ਉਹ ਕ੍ਰਿਸਚੀਅਨ ਨਹੀਂ ਗਿਰਾਏ ਹੋਣੇ। ਤੋ ਹੁਣ ਆ ਗਈ ਵਾਰੀ ਸਿੱਖਾਂ ਦੀ। ਸਵਾਲ ਹੈ ਕਿ ਸਿੱਖ ਸੰਸਥਾਵਾਂ ਕਿੱਥੇ ਖੜੀਆਂ, ਕਿਉਂਕਿ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਨਾ ਤੇ ਆਪਣੀ ਸਿੱਖੀ ਦੇ ਜੋ ਵਿਚਾਰਧਾਰਾ ਹੈ ਗੁਰੂਆਂ ਦੀ, ਉਸ ਦੇ ਹੱਕ ਵਿੱਚ ਖੜਨਾ ਉਹਨਾਂ ਨੂੰ ਦੀ ਜ਼ਰੂਰਤ ਹੈ, ਨਾ ਉਹ ਖੜਦੀਆਂ। ਕਿਉਂਕਿ ਬੀਜੇਪੀ ਇੱਕ ਸਨਾਤਨ ਧਰਮ ਦੀ ਪਾਰਟੀ ਹੈ, ਉਸ ਦੀ ਉਹ ਪੈਰੋਕਾਰ ਹੈ, ਔਰ ਜੋ ਸਿੱਖਾਂ ਦੀ ਵਿਚਾਰਧਾਰਾ ਹੈ ਧਾਰਮਿਕ, ਉਸ ਦਾ ਇਸ ਨਾਲ ਕੁਛ ਨਹੀਂ ਮਿਲਦਾ। ਜੇ ਅਸੀਂ ਕਹੀਏ ਕਿ ਜਪਜੀ ਸਾਹਿਬ ਸਾਰਾ ਹੀ ਸਨਾਤਨ ਧਰਮ ਨੂੰ ਰਿਜੈਕਟ ਕਰਦਾ ਹੈ, ਜਨੇਊ ਨੂੰ ਔਰ ਜਿਹੜੀ ਮੂਰਤੀ ਪੂਜਾ ਅਤੇ ਹੋਰ ਜੋ ਤਿਥੀਆਂ ਵਗੈਰਾ, ਅਤੇ ਇਹਨਾਂ ਨਾਲ ਸਿੱਖ ਧਰਮ ਦਾ ਕੋਈ ਵੀ ਕੁਛ ਨਹੀਂ ਮਿਲਦਾ। ਤਾਂ ਇਹ ਜੋ ਸਭ ਕੁਝ ਹੋ ਰਿਹਾ ਲੰਬੇ ਸਮੇਂ ਤੋਂ, ਸਿੱਖਾਂ ਨੂੰ ਇਸ ਨੂੰ ਵੱਡੇ ਸੰਦਰਭ ਵਿੱਚ ਸਮਝਣਾ ਚਾਹੀਦਾ ਹੈ ਕਿ ਦੇਸ਼ ਵਿੱਚ ਇੱਕ ਨਫ਼ਰਤ ਦਾ ਜੋ ਵਾਤਾਵਰਣ ਹੈ, ਉਹਦੇ ਵਿੱਚ ਸਿੱਖਾਂ ਦੇ ਸੰਸਥਾਵਾਂ 'ਤੇ ਵੀ ਬੇਅਦਬੀਆਂ ਦੇ ਜਿਹੜੇ ਹਮਲੇ ਹੁੰਦੇ ਹਨ,
मैं एक मिसाल देना कि सचखंड साहिब श्री हरमंदर साहब ਅੰਮ੍ਰਿਤਸਰ ਵਿੱਚ ਜਦ ਇੱਕ ਵਿਅਕਤੀ ਅੰਦਰ ਵੜ ਗਿਆ ਦਰਬਾਰ ਸਾਹਿਬ ਵਿੱਚ ਤੇ ਉਹ ਜੰਗਲਾ ਟੱਪ ਕੇ ਜਿਹੜਾ ਉਹ ਚਾਰੋਂ ਪਾਸ ਬੈਰੀਕੇਡ ਲੱਗੇ ਹੁੰਦੇ ਉਹ ਉੱਥੋਂ ਕਿਰਪਾਨ ਚੁੱਕ ਰਿਹਾ ਸੀ, ਉਹਨੂੰ ਸੁਚੇਤ ਸੇਵਾਦਾਰਾਂ ਨੇ ਫੜ ਲਿਆ, ਫੜ ਕੇ ਬਾਹਰ ਲਿਆਂਦਾ। ਉਸ ਦਾ ਉੱਥੇ ਹਜੂਮ ਨੇ ਉਸ ਦਾ ਕਤਲ ਕਰ ਦਿੱਤਾ, ਉਹ ਮਰ ਗਿਆ। ਮੈਂ ਸੋਚਦਾ ਕਿ ਇਸ ਬਾਰੇ ਮੈਂ ਇੱਥੇ ਹੀ ਗੱਲ ਕਰ ਲੈਂਦਾ ਕਿ ਉਸ ਬੰਦੇ ਨੂੰ ਮਾਰਨਾ ਨਹੀਂ ਸੀ ਚਾਹੀਦਾ, ਤਾਂ ਜੋ ਪਤਾ ਲੱਗਦਾ ਕਿ ਉਹਨੂੰ ਭੇਜਿਆ ਕਿੰਨੇ ਸੀ। ਔਰ ਪੁਲਿਸ ਦਾ ਕੰਮ ਵੀ ਹਜੂਮੀਆਂ ਨੇ ਕਰ ਦਿੱਤਾ ਕਿ ਪੁਲਿਸ ਨੂੰ ਨਾ ਕੇਸ ਰਜਿਸਟਰ ਕਰਨਾ ਪਿਆ, ਨਾ ਪੁਲਿਸ ਨੂੰ ਉਸ ਦੀ ਇਨਵੈਸਟੀਗੇਸ਼ਨ ਕਰਨੀ ਪਈ, ਕਿਉਂਕਿ ਹੋ ਸਕਦਾ ਸੀ ਉਹਦੇ ਪਿੱਛੇ ਕੋਈ ਹੋਰ ਤਾਕਤਾਂ ਹੋਣ ਵੱਡੀਆਂ। ਪਰ ਇਹ ਵੀ ਮੈਨੂੰ ਸ਼ੱਕ ਹੈ ਕਿ ਜਿਹੜਾ ਹਜੂਮ ਸੀ ਉਹਦੇ ਵਿੱਚ ਜਿਨ੍ਹਾਂ ਨੇ ਇਹਨੂੰ ਅੰਦਰ ਭੇਜਿਆ ਸੀ ਉਹ ਵਿੱਚ ਹੀ ਸੀ ਅਤੇ ਉਹਨਾਂ ਨੇ ਉਸ ਦਾ ਕਤਲ ਕਰਕੇ ਇਹ ਸਿੱਧ ਕਰਤਾ ਕਿ ਇਸ ਦਾ ਹੁਣ ਭੇਦ ਮਿਲ ਹੀ ਨਾ ਸਕੇ। ਇਸ ਤੋਂ ਇਲਾਵਾ ਬੜੀਆਂ ਘਟਨਾਵਾਂ ਵਾਪਰੀਆਂ, ਜਿਵੇਂ ਮੁਰੰਡੇ ਵਿੱਚ ਹੋਈ ਹੈ, ਇਵੇਂ ਹੀ ਬਰਗਾੜੀ 'ਚ ਹੋਈ ਹੈ ਜਿਹਦੇ ਕੇਸ ਚੱਲ ਰਹੇ ਹਨ। ਬਰਗਾੜੀ ਵਿੱਚ ਤਾਂ ਪਤਾ ਹੈ ਕਿ ਵੀ ਕਿਹਨਾਂ ਨੇ ਇਹ ਕੀਤਾ। ਸੋ ਉਹਨਾਂ ਨੇ ਸਿਰਸੇ ਵਾਲਿਆਂ ਦੇ ਚੇਲਿਆਂ ਨੇ ਉਹ ਸਾਰੀ ਜੋ ਬੇਅਦਬੀ ਕੀਤੀਆਂ, ਉਸ ਇਲਾਕੇ 'ਚ ਕਈ ਬੇਅਦਬੀਆਂ ਹੋਈਆਂ। ਸੋ ਇਹ ਇੱਕ ਵੱਡੀ ਸਾਜ਼ਿਸ਼ ਦੇ ਅਧੀਨ ਹੋ ਰਿਹਾ। ਸਿੱਖ ਲੀਡਰਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਅਤੇ ਸ਼੍ਰੋਮਣੀ ਕਮੇਟੀ ਨੇ ਹਾਲੇ ਤੱਕ ਕੋਈ ਅਜਿਹੀ ਸਟੇਟਮੈਂਟ ਨਹੀਂ ਦਿੱਤੀ ਕਿ ਇਸ ਵਿਅਕਤੀ ਉੱਪਰ ਜੋ ਸਾਡਾ ਇਲੈਕਸ਼ਨ ਕਮਿਸ਼ਨ ਹੈ ਉਹ ਐਕਸ਼ਨ ਲਏ, ਕੇਸ ਰਜਿਸਟਰ ਕਰੇ। ਕਿਉਂਕਿ ਹੁਣ ਤੀਕਣ ਸੁਖਬੀਰ ਸਿੰਘ ਬਾਦਲ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਨ ਉਹ ਨਹੀਂ ਬੋਲੇ ਅਤੇ ਕੋਈ ਹੋਰ ਲੀਡਰ ਵੀ ਨਹੀਂ ਬੋਲਿਆ, ਕਿਉਂਕਿ ਉਹਨਾਂ ਨੂੰ ਇੱਕ ਭੁਲੇਖਾ ਹੈ ਕਿ ਸ਼ਾਇਦ ਉਹਨਾਂ ਦਾ 2024 ਦੀਆਂ ਇਲੈਕਸ਼ਨਾਂ ਵਿੱਚ ਮੁੜ ਬੀਜੇਪੀ ਨਾਲ ਅਲਾਇੰਸ ਹੋ ਜਾਏ। ਤੋ ਇਹ ਸਾਰਾ ਕੁਝ ਜੋ ਹੋ ਰਿਹਾ ਇਸ ਨੂੰ ਸਾਨੂੰ ਸਮਝਣਾ ਚਾਹੀਦਾ, ਖਾਸ ਕਰਕੇ ਸਿੱਖਾਂ ਨੂੰ, ਕਿ ਸਿੱਖ ਕੌਮ ਨੂੰ ਜੋ ਬਾਰ-ਬਾਰ ਟੂੰਬਿਆ ਜਾ ਰਿਹਾ, ਉਹਨਾਂ ਨਾਲ ਟੀਚਰਾਂ ਕੀਤੀਆਂ ਜਾ ਰਹੀਆਂ ਹਨ ਬੇਅਦਬੀ ਦੀਆਂ, ਉਹਨਾਂ ਨੂੰ ਜਿਹੜਾ ਦੁਖੀ ਕੀਤਾ ਜਾ ਰਿਹਾ ਹੈ, ਪਰ ਉਸ ਦੇ ਹੱਕ ਵਿੱਚ ਸਾਡੇ ਲੀਡਰ ਨਹੀਂ ਖੜ੍ਹੇ ਹੁੰਦੇ। ਹੁਣ ਉਸਨੇ ਜੋ ਮਾफ़ੀ ਮੰਗੀ ਹੈ ਉਹ ਕਹਿੰਦਾ ਹੈ ਕਿ ਮੈਂ ਮਾफ़ੀ ਮੰਗਦਾ ਕਿ ਮੇਰੇ ਮੂੰਹ 'ਚੋਂ ਸਲਿੱਪ ਆਫ ਟੰਗ, ਬਈ ਗੁਰਦੁਆਰਾ ਨਿਕਲ ਗਿਆ। ਮੈਂ ਐਕਚੁਅਲੀ ਮਸਜਿਦ ਅਤੇ ਮਦਰਸਾ ਕਹਿਣਾ ਚਾਹੁੰਦਾ ਸੀ। ਸੋ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਮੁਸਲਮਾਨਾਂ ਵਾਲਾ ਪਾਰਟ ਹੈ, ਮਸਜਿਦਾਂ ਵਾਲਾ ਪਾਰਟ ਹੈ, ਉਹਦੇ ਬਾਰੇ ਉਹਨੇ ਹਾਲੇ ਵੀ ਮਾफ़ੀ ਨਹੀਂ ਮੰਗੀ। ਉਹ ਇਤਨਾ ਕੱਟੜ ਅਤੇ ਪੱਕਾ ਬੀਜੇਪੀ ਦਾ ਸਮਰਥਕ ਹੈ ਅਤੇ ਉਹ ਕਿਸ ਤਰ੍ਹਾਂ ਸਿੱਖਾਂ ਨਾਲ ਦੇ ਹਿਰਦਿਆਂ ਨੂੰ ਉਹਨੇ ਠੇਸ ਪਹੁੰਚਾਈ ਹੈ, ਚਾਹੇ ਉਸਨੇ ਮਾफ़ੀ ਮੰਗ ਲਈ ਹੈ। ਹੁਣ ਉਸਨੇ ਇਹ ਵੀ ਕਿਹਾ ਕਿ मैं गुरुद्वारे ਵਿੱਚ जा के माफ़ी मांगांगा। कल आज चुनावी भाषण में मैं मस्जिद मदरसे की जगह गुरुद्वारे साहिब के बारे में कुछ गलत शब्दों का जो प्रयोग मेरे से गलती से हुआ है, मैं पूरे सिख समाज से मैं हाथ जोड़कर क्षमा प्रार्थी हूँ। मुझे नहीं पता मेरे से कैसे गलती हुई है, और ऐसे सिख समाज की जिन्होंने हमेशा हिंदू धर्म की, सनातन धर्म की हमेशा रक्षा की हो, ऐसे सिख समाज के बारे में मैं कभी सोच भी नहीं सकता कि मैं ऐसी गलती कर भी सकता हूँ। तो मैं पूरे सिख समाज से हाथ जोड़कर मैं क्षमा प्रार्थी हूँ। मेरे से पता नहीं कैसे गलती हुई है, मैं इस गलती का कैसे जाकर गुरुद्वारे में मैं पश्चाताप करूंगा। मैं पूरे समाज से, मैं पूरे सिख समाज से हाथ जोड़कर मैं क्षमा प्रार्थी हूँ। सत श्री अकाल। ਸਿੱਖਾਂ ਨੂੰ ਇਸ ਗੱਲ ਬਾਰੇ ਬੜਾ ਸੁਚੇਤ ਹੋਣਾ ਚਾਹੀਦਾ ਹੈ ਕਿ ਉਹਨਾਂ ਨਾਲ ਅਜਿਹੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ, ਉਹਨਾਂ ਦੇ ਲੀਡਰਾਂ ਦੀਆਂ ਕੀ ਕਮਜ਼ੋਰੀਆਂ। ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਨ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਹਨ, ਉਹਨਾਂ ਨੂੰ ਕੋਈ ਬਹੁਤੀ ਪੰਜਾਬ ਦੀ ਜਾਂ ਪੰਜਾਬ ਦੇ ਸਿੱਖਾਂ ਦੀ ਆਪਣੀ ਸਿਆਸਤ ਲਈ ਕੋਈ ਬਹੁਤੀ ਲੋੜ ਨਹੀਂ ਆਈ। ਉਹਨਾਂ ਕੋਲ ਕਿਤਨੇ ਹੀ ਜੋ ਬਿਕਾਊ ਸਿੱਖ ਹਨ ਉਹਨਾਂ ਦੇ ਪਿੱਛੇ ਫਿਰਦੇ ਹਨ
ਤੁਹਾਡੇ ਸਾਹਮਣੇ ਹੈ ਕਿ ਏਡੀ ਵੱਡੀ ਵਿਰਾਸਤ ਵਾਲਾ ਜੋ ਦਮ ਡਮੀ ਟਕਸਾਲ ਹੈ ਉਸ ਦਾ ਸਪੋਕਸਮੈਨ ਵੀ ਬੀਜੇਪੀ ਦਾ ਮੈਂਬਰ ਬਣ ਗਿਆ ਔਰ ਉਸ ਨੂੰ ਦਿੱਤਾ ਕਿ ਉਹਨਾਂ ਨੇ ਨੈਸ਼ਨਲ ਮਾਈਨॉरिटी ਕਮਿਸ਼ਨ ਦਾ ਐਡਵਾਈਜ਼ਰ ਲਾਤਾ, ਉਹਨੂੰ ਘਰ ਮਿਲ ਗਿਆ ਹੋਏਗਾ, ਤਨਖਾਹ ਮਿਲ ਗਈ ਹੋਏਗੀ, ਕੋਠੀ ਮਿਲ ਗਈ ਹੋਏਗੀ। ਔਰ ਮੈਂ ਇੱਥੇ ਇਹ ਵੀ ਦਰਜ ਕਰਨਾ ਚਾਹੁੰਦਾ ਕਿ ਹਲੇ ਤੱਕ ਜੋ ਮਾਈਨॉरिटी ਕਮਿਸ਼ਨ ਦਾ ਚੇਅਰਮੈਨ ਹੈ ਲਾਲਪੁਰਾ, ਉਹਨਾਂ ਨੇ ਹਲੇ ਤੱਕ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ ਕਿ ਇਹ ਜੋ ਹੋਇਆ ਹੈ ਗਲਤ ਹੋਇਆ ਹੈ। ਔਰ ਇਕਬਾਲ ਸਿੰਘ ਲਾਲਪੁਰਾ ਹੋਰੀ ਨੈਸ਼ਨਲ ਮਾਈਨॉरिटी ਕਮਿਸ਼ਨ ਦੇ ਚੇਅਰਮੈਨ ਜ਼ਰੂਰ ਹਨ ਪਰ ਉਹ ਚੁੱਪ ਹਨ, ਉਹਨਾਂ ਉੱਪਰ ਕਿਸੇ ਕਿਸਮ ਦਾ ਇਵੇਂ ਲੱਗਦਾ ਕੋਈ ਅਸਰ ਨਹੀਂ ਹੋਇਆ, ਕਿਉਂਕਿ ਉਹਨਾਂ ਦੇ ਬੇਟੇ ਨੂੰ ਬੀਜੇਪੀ ਨੇ ਰੋਪੜ ਡਿਸਟ੍ਰਿਕਟ ਦੇ ਬੀਜੇਪੀ ਦੇ ਮੁਖੀ ਵੀ ਲਾਇਆ ਹੋਇਆ। ਸੋ ਇਸ ਪ੍ਰਕਾਰ ਸਾਡੇ ਜੋ ਸਿੱਖ ਲੀਡਰ ਹਨ ਉਹ ਸਾਰੇ ਬੀਜੇਪੀ ਨਾਲ ਹਨ। ਜਿਸ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਹੈ, ਉਹਨਾਂ ਵਰਗੋਂ ਇਹੋ ਜਿਹੀਆਂ ਕੋਈ ਕਿਸੇ ਕਿਸਮ ਦੀ ਸਟੇਟਮੈਂਟ ਨਹੀਂ ਆਈ। ਮੈਂ ਇਸ ਚਰਚਾ ਨੂੰ ਇੱਥੇ ਖਤਮ ਕਰਦਾ ਅਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜੋ ਇਹ ਦੇਸ਼ ਵਿੱਚ ਨਫ਼ਰਤ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਹੈ 2014 ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣੇ ਹਨ ਅਤੇ 2019 ਜਦੋਂ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਬਣੇ ਹਨ, ਤਾਂ ਇਸ ਕਿਸਮ ਦੀਆਂ ਘਟਨਾਵਾਂ ਜਿਹੜੀਆਂ ਉਹ ਰੋਜ਼ਮਰਾ ਹੋ ਰਹੀਆਂ ਹਨ ਅਤੇ ਘੱਟ ਗਿਣਤੀਆਂ ਨੂੰ ਜਿਹੜਾ ਉਹ ਉਹਨਾਂ ਦੀ ਥਾਂ ਦਿਖਾਈ ਜਾ ਰਹੀ ਹੈ, ਜਿਵੇਂ ਕਿ ਮਨੀਪੁਰ 'ਚ ਹੋਇਆ, ਜਿਵੇਂ ਕਿ ਉਸ ਤੋਂ ਪਹਿਲਾਂ 2002 ਵਿੱਚ ਗੁਜਰਾਤ ਵਿੱਚ ਹੋਇਆ। ਔਰ ਇਹ ਸਾਨੂੰ ਸਮਝਣਾ ਚਾਹੀਦਾ ਅਤੇ ਸਿੱਖ ਕੌਮ ਨੂੰ ਨਵੀਂ ਲੀਡਰਸ਼ਿਪ ਦੀ ਭਾਲ ਕਰਨੀ ਚਾਹੀਦੀ ਹੈ। ਔਰ ਉਹਨਾਂ ਨੇ ਜੋ ਆਮ ਆਦਮੀ ਪਾਰਟੀ ਨੂੰ ਵੀ ਵੋਟਾਂ ਦਿੱਤੀਆਂ, ਉਹਨਾਂ ਵਿੱਚ ਵੀ ਸਿੱਖ ਕੌਮ ਨੂੰ ਕੋਈ ਆਪਣੀ ਜੋ ਹੈ ਹਿਫਾਜ਼ਤ ਦਾ ਕੋਈ ਕਿਸੇ ਕਿਸਮ ਦੀ ਸਿਕਿਉਰਿਟੀ ਦਾ ਕੋਈ ਸਪੋਰਟ ਨਹੀਂ ਮਿਲ ਰਹੀ। ਸੋ ਇਸ ਚਰਚਾ ਨੂੰ ਮੈਂ ਇੱਥੇ ਖਤਮ ਕਰਦਾ ਅਤੇ ਇਸ ਚਰਚਾ ਨੂੰ ਉਮੀਦ ਕਰਦਾ ਤੁਹਾਨੂੰ ਪਸੰਦ ਆਏਗੀ ਅਤੇ ਤੁਸੀਂ ਆਪਣੇ ਸਾਕ ਸੰਬੰਧੀਆਂ ਨਾਲ ਸਾਂਝੀ ਕਰੋਗੇ, ਵੱਧ ਤੋਂ ਵੱਧ ਇਹਨੂੰ ਸਾਂਝੀ ਕਰੋ। ਅਤੇ ਜੇਕਰ ਤੁਸੀਂ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਅਫਜ਼ਾਈ ਕਰੋ, ਕਿਉਂਕਿ ਆਜ਼ਾਦ ਪੱਤਰਕਾਰੀ ਦੀ ਜੋ ਵੰਨਗੀ ਅਸੀਂ ਤੁਹਾਡੇ ਸਾਹਮਣੇ ਵੀਡੀਓ ਬਣਾ ਕੇ ਪੇਸ਼ ਕਰਦੇ ਹਾਂ, ਇਹ ਤੁਹਾਨੂੰ ਗੋਦੀ ਮੀਡੀਆ ਜਾਂ ਹੋਰ ਸਰਕਾਰੀ ਜਿਹੜੇ ਮੀਡੀਆ ਵਾਲੇ ਹਨ, ਅਖਬਾਰਾਂ ਵਾਲੇ ਹਨ, ਉਹ ਤੁਹਾਡੇ ਨਾਲ ਸਾਂਝੀ ਨਹੀਂ ਕਰਨਗੇ। ਇਹ ਕਹਿੰਦਾ ਹੋਇਆ ਮੈਂ ਇੱਥੇ ਇਸ ਨੂੰ ਸਮਾਪਤ ਕਰਦਾ। ਸਤਿ ਸ੍ਰੀ ਅਕਾਲ।